ਹਰ ਕਿਰਪਾ ਤੇ ਸੰਤ ਵੇਟਿਆ, ਨਾਨਕ ਮਨੁ ਪ੍ਰਗਾਸ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹਿਲਾ ਚੌਥਾ। ਅੱਗੋਂ ਦੇ ਸਤ ਭਾਉ ਨਾ ਦਿਸਚੈ, ਪਿੱਛੋਂ ਦੇ ਆਖਿਆ ਕੰਮ ਨਾ ਆਵੈ। ਅੱਧ ਵਿੱਚ ਫਿਰੈ ਮਨ ਮੁਖ ਵਿਚਾਰਾ, ਗੱਲੀ ਕਿਉਂ ਸੁਖ ਪਾਵੈ। ਗੁਰੂ ਰੂਪ ਗੁਰੂ ਪਿਆਰੀ ਸਤ ਸੰਗਤ ਜੀ, ਗੁਰੂ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਲਾਹੀ ਬੋਲ ਆਪ ਜੀ ਨੇ ਸ਼੍ਰਵਣ ਕੀਤੇ ਸਿੰਘ ਸਾਹਿਬ ਦੀ ਮੁਬਾਰਕ ਰਸਨਾ ਤੋਂ। ਅਗੰਮੀ ਬੋਲ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਇੱਕ ਛੋਟਾ ਜਿਹਾ ਖਿਆਲ ਆਪ ਜੀ ਦੇ ਸਨਮੁਖ ਰੱਖਾਂ। ਜਦੋਂ ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ ਗੋਬਿੰਦਵਾਲ ਦੀ ਧਰਤੀ ਤੇ ਬਾਉਲੀ ਤਿਆਰ ਕੀਤੀ ਤੇ ਆਪ ਜੀ ਕਹਿਣ ਲੱਗੇ ਕਿ ਵੱਧ ਤੋਂ ਵੱਧ ਸੰਗਤਾਂ ਨੂੰ ਪ੍ਰੇਰਿਤ ਕਰਨਾ ਹੈ ਔਰ ਇਸ ਬਾਵਲੀ ਦੇ ਦਰਸ਼ਨ ਵੀ ਕਰਨਗੇ ਤੇ ਦੀਵਾਨ ਵੀ ਸਜੇਗਾ। ਬਹੁਤ ਸਾਰੀ ਸੰਗਤ ਪਹੁੰਚਦੀ ਹੈ, ਪਰ ਇੱਕ ਐਸਾ ਤਪਾ ਹੈ ਜਿਹੜਾ ਗੁਰੂ ਸਾਹਿਬ ਜੀ ਤੋਂ ਖਾਰ ਖਾਂਦਾ ਹੈ। ਕਿਉਂਕਿ ਤਪਾ ਹੈ, ਬ੍ਰਾਹਮਣ ਹੈ, ਪ੍ਰੋਹਿਤ ਹੈ, ਕਹਿੰਦਾ ਮੈਂ ਨਹੀਂ ਜਾਣਾ। ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ ਬਚਨ ਕੀਤਾ ਕਿ ਜਿਹੜਾ ਵੀ ਇੱਥੇ ਪਹੁੰਚੇਗਾ ਤੇ ਉਸ ਨੂੰ ਅਸ਼ਰਫੀਆਂ ਵੀ ਅਸੀਂ ਦੇਵਾਂਗੇ। ਤੇ ਜਦੋਂ ਅਸ਼ਰਫੀਆਂ ਦਾ ਲੋਭ ਇਹਨਾਂ ਦੇ ਮਨ ਦੇ ਵਿੱਚ ਪ੍ਰਵੇਸ਼ ਕਰਦਾ ਹੈ ਤੇ ਬਾਅਦ ਵਿੱਚ ਫਿਰ ਵਿਉਂਤਾਂ ਬਣਾਉਂਦੇ ਨੇ ਕਿ ਕਿਵੇਂ ਅਸੀਂ ਗੁਰੂ ਸਾਹਿਬ ਦੇ ਕੋਲ ਜਾਈਏ। ਤੇ ਪਹੁੰਚਦੇ ਨੇ ਗੁਰੂ ਸਾਹਿਬ ਦੇ ਕੋਲ, ਉਦੋਂ ਕਿਵਾੜ ਵੀ ਬੰਦ ਹੋ ਜਾਂਦੇ ਨੇ ਲੰਗਰ ਖਾਨੇ ਦੇ। ਤੋ ਇਸ ਤਰ੍ਹਾਂ ਦੀ ਜਿਹੜੀ ਗਾਥਾ ਹੈ, ਇਸ ਪਾਵਨ ਸ਼ਬਦ ਦੇ ਵਿੱਚ ਧੰਨ ਗੁਰੂ ਰਾਮਦਾਸ ਸਾਹਿਬ ਨੇ ਬਾਅਦ ਵਿੱਚ ਜ਼ਿਕਰ ਕੀਤਾ ਕਿ ਬੜੇ ਅਦਬ ਨਾਲ ਜਦੋਂ ਅਸੀਂ ਬੁਲਾਇਆ, ਅੱਗੋਂ ਦੇ ਸਤ ਭਾਉ ਨਾ ਦਿਚੇ, ਪਿੱਛੋਂ ਦੇ ਆਖਿਆ ਕੰਮ ਨਾ ਆਵੇ। ਪਹਿਲਾਂ ਬੜੇ ਅਦਬ ਨਾਲ ਸੱਦਿਆ ਸੀ, ਬੁਲਾਇਆ ਸੀ, ਪਰ ਗੱਲ ਨਹੀਂ ਮੰਨੀ। ਤੇ ਉਸ ਤੋਂ ਬਾਅਦ ਪਿੱਛੇ ਜਦੋਂ ਆਉਂਦੇ ਨੇ ਕਹਿੰਦੇ ਨੇ ਫਿਰ ਉਹ ਅਦਬ ਵਾਲੀ ਗੱਲ ਨਹੀਂ ਰਹਿ ਜਾਂਦੀ। ਇੱਥੇ ਮੈਂ ਇੱਕ ਛੋਟਾ ਜਿਹਾ ਖਿਆਲ ਆਪ ਜੀ ਦੇ ਸਾਹਮਣੇ ਰੱਖਾਂ। ਆਲਮਾਂ ਦਾ ਕਹਿਣਾ ਹੈ ਕਿ ਕੋਈ ਵੀ ਗੱਲ ਕਰਨੀ ਹੋਵੇ, ਜੇ ਮੌਕੇ 'ਤੇ ਨਹੀਂ ਕੀਤੀ, ਫਿਰ ਕਿਤਨੀ ਵੀ ਕੀਮਤੀ ਗੱਲ ਹੋਵੇ, ਸਮੇਂ ਤੋਂ ਬਾਅਦ ਕਹੀ ਹੋਈ ਗੱਲ ਬਿਲਕੁਲ ਨਿਰਰਥਕ ਹੈ, ਬੇਅਰਥ ਹੈ। ਮੌਕੇ 'ਤੇ ਕਹਿਣਾ ਸੀ, ਗੱਲ ਨਹੀਂ ਆਖੀ, ਫਿਰ ਕਿਤਨੀ ਵੀ ਕੀਮਤੀ ਹੋਵੇ, ਫਿਰ ਉਹ ਅਸਰਫੁਲ ਨਹੀਂ ਹੈ। ਤੋ ਗੁਰੂ ਰਾਮਦਾਸ ਸਾਹਿਬ ਮਹਾਰਾਜ ਕਹਿੰਦੇ ਨੇ ਕਿ ਮਨੁੱਖ ਦੀ ਇੱਕ ਐਸੀ ਦਸ਼ਾ ਹੈ, ਅਧ ਵਿੱਚ ਫਿਰੇ ਮਨ ਮੁਖ ਵਿਚਾਰਾ, ਗੱਲੀ ਕਿਉਂ ਸੁਖ ਪਾਵੇ। ਅਧ ਵਿੱਚ, ਇਹ ਅਧ ਵਿੱਚ ਦਾ ਭਾਵ ਹੈ ਗੁਰੂ ਦੇ ਕੋਲ ਜਾਵਾਂ ਕਿ ਨਾ ਜਾਵਾਂ। ਜਿਸ ਨੂੰ ਅਸੀਂ ਕਹਿੰਦੇ ਹਾਂ ਸ਼ਰਧਾ ਵੀ ਹੈ ਤੇ ਸ਼ੰਕਾ ਵੀ ਹੈ, ਦੋਨੋਂ ਹੀ ਕੰਮ ਚੱਲਦੇ ਨੇ। ਪਤਾ ਨਹੀਂ ਇੱਥੇ ਮੈਨੂੰ ਕੁਝ ਪ੍ਰਾਪਤ ਹੋਵੇਗਾ ਕਿ ਨਹੀਂ ਹੋਵੇਗਾ। ਸਾਹਿਬ ਕਹਿੰਦੇ ਨੇ ਐਸਾ ਮਨੁੱਖ ਮਨੁੱਖ ਨਹੀਂ ਹੈ, ਐਸਾ ਮਨੁੱਖ ਮਨਮੁਖ ਹੈ। ਤੇ ਗੱਲਾਂ ਬਾਤਾਂ ਨਾਲ ਇਸ ਨੂੰ ਨਿਰੰਕਾਰ ਦੀ ਜਿਹੜੀ ਸੌਗਾਤ ਹੈ ਉਹ ਹਾਸਲ ਨਹੀਂ ਹੋ ਸਕਦੀ, ਜੀਵਨ ਵਿੱਚ ਸੁੱਖ ਪ੍ਰਾਪਤ ਨਹੀਂ ਹੋ ਸਕਦੇ।
ਇਸ ਤਰ੍ਹਾਂ ਗੁਰੂ ਪਾਤਸ਼ਾਹ ਜੀ ਦੱਸਣਾ ਕਰਦੇ ਹਨ ਜੀ। ਜਿਸ ਅੰਦਰ ਪ੍ਰੀਤ ਨਹੀਂ ਸਤਿਗੁਰ ਕੀ, ਸੋ ਕੂੜੀ ਆਵੇ ਕੂੜੀ ਜਾਵੇ। ਜੇ ਕਿਰਪਾ ਕਰੇ ਮੇਰਾ ਹਰ ਪ੍ਰਭ ਕਰਤਾ, ਤਾਂ ਸਤਿਗੁਰ ਪਾਰ ਬ੍ਰਹਮ ਨਦਰੀ ਆਵੇ। ਸਾਹਿਬ ਜੀ ਕਹਿੰਦੇ ਨੇ ਜਿਸ ਅੰਦਰ ਪ੍ਰੀਤ ਨਹੀਂ ਸਤਿਗੁਰ ਕੀ, ਗੁਰੂ ਦੇ ਪ੍ਰਤੀ ਪ੍ਰੀਤ ਨਹੀਂ ਹੈ, ਕਹਿੰਦੇ ਨੇ ਫਿਰ ਉਹਦਾ ਆਣਾ ਤੇ ਜਾਣਾ ਸਭ ਝੂਠ ਹੈ, ਸਭ ਕੂੜ ਹੈ। ਇੱਥੇ ਮੈਂ ਆਪ ਜੀ ਨੂੰ ਅਰਜ਼ ਕਰਾਂ, ਇੱਕ ਮਨੁੱਖ ਉਹ ਹੈ ਜਿਹੜਾ ਕਦੇ ਵੀ ਗੁਰਦੁਆਰੇ ਨਹੀਂ ਆਇਆ। ਇੱਕ ਮਨੁੱਖ ਉਹ ਹੈ ਜੋ ਰੋਜ਼ ਗੁਰਦੁਆਰੇ ਆਉਂਦਾ ਹੈ, ਰੋਜ਼ ਗੁਰਦੁਆਰੇ ਆਉਂਦਾ। ਜਿਹੜਾ ਮਨੁੱਖ ਘਰ ਵਿੱਚ ਬੈਠਾ ਹੋਇਆ ਹੈ, ਨਿਰੰਕਾਰ ਦੀ ਗੱਲ ਉਹ ਵੀ ਨਹੀਂ ਮੰਨਦਾ, ਜਿਹੜਾ ਰੋਜ਼ ਗੁਰਦੁਆਰੇ ਆ ਰਿਹਾ, ਗੁਸਤਾਖੀ ਮਾਫ ਗੱਲ ਉਹ ਵੀ ਨਹੀਂ ਮੰਨ ਰਿਹਾ, ਕਹਿੰਦੇ ਨੇ ਫਿਰ ਆਣਾ ਜਾਣਾ ਝੂਠਾ ਹੈ, ਕੂੜੀ ਆਵੇ ਕੂੜੀ ਜਾਏ। ਜੇ ਕਿਰਪਾ ਕਰੇ ਮੇਰਾ ਹਰ ਪ੍ਰਭ ਕਰਤਾ, ਤਾਂ ਸਤਿਗੁਰੂ ਪਾਰ ਬ੍ਰਹਮ ਨਦਰੀ ਆਵੇ। ਜੇ ਉਹਦੀ ਰਹਿਮਤ ਹੋ ਜਾਵੇ, ਕਹਿੰਦੇ ਨੇ ਪਰਮਾਤਮਾ ਦੇ ਨਾਲ ਮਿਲਨ ਹੋ ਜਾਂਦਾ ਹੈ। ਹੁਣ ਉਹਦੀ ਰਹਿਮਤ ਦੇ ਪਾਤਰ ਕਿਵੇਂ ਬਣੀਏ, ਉਹਦੀ ਦਇਆ ਦੇ ਪਾਤਰ ਕਿਵੇਂ ਬਣੀਏ, ਤੇ ਸਾਹਿਬ ਇੱਕੋ ਹੀ ਜੁਗਤੀ ਦੱਸਦੇ ਨੇ, ਇੱਕੋ ਹੀ ਉਪਦੇਸ਼ ਹੈ, ਇੱਕੋ ਹੀ ਸੰਦੇਸ਼ ਹੈ ਕਿ ਪਰਮੇਸ਼ਰ ਤੇ ਭੁੱਲੀਆਂ ਵਿਆਪਨ ਸਭੇ ਰੋਗ। ਉਹ ਕਰਮ ਜੋ ਪਰਮਾਤਮਾ ਨੂੰ ਭੁਲਾ ਦੇਣ, ਪਾਪ ਕਰਮ ਨੇ। ਜਿਹੜੇ ਕਰਮ ਪਰਮਾਤਮਾ ਦੀ ਯਾਦ ਕਰਾਉਂਦੇ ਨੇ ਉਹ ਪੁੰਨ ਕਰਮ ਨੇ। ਤੇ ਇਸ ਤਰ੍ਹਾਂ ਕਹਿੰਦੇ ਨੇ ਤੂੰ ਉਹਦਾ ਸਿਮਰਨ ਕਰਦਾ ਰਹੇ, ਉਹਦੀ ਯਾਦ ਵਿੱਚ ਸਮਾਂ ਗੁਜ਼ਾਰ। ਜਿਵੇਂ ਜਿਵੇਂ ਯਾਦ ਵਿੱਚ ਸਮਾਂ ਗੁਜ਼ਾਰੇਂਗਾ, ਤੇਰੇ ਤੇ ਵੀ ਉਸ ਦੀ ਰਹਿਮਤ ਹੋਵੇਗੀ, ਤੇਰੇ ਤੇ ਵੀ ਉਸ ਦੀ ਦਇਆ ਹੋਵੇਗੀ। ਇਸ ਤਰ੍ਹਾਂ ਸਾਹਿਬ ਜੀ ਦੱਸਣਾ ਕਰਦੇ ਹਨ ਜੀ। ਤਾਂ ਅਪਿਓ ਪੀਵੇ ਸ਼ਬਦ ਗੁਰ ਕੇਰਾ, ਸਭ ਕਾੜਾ ਅੰਦੇਸਾ ਭਰਮ ਚੁਕਾਵੇ। ਸਦਾ ਆਨੰਦ ਰਹੈ ਦਿਨ ਰਾਤੀ, ਜਨ ਨਾਨਕ ਅਨ ਦਿਨ ਹਰ ਗੁਣ ਗਾਵੇ। ਸਾਹਿਬ ਜੀ ਕਹਿੰਦੇ ਨੇ ਜੇ ਕਿਧਰੇ ਅਜੋਕੇ ਸਮੇਂ ਵਿੱਚ ਬਰੀਕ ਬੁੱਧੀ ਨਾਲ ਵਿਚਾਰ ਕਰੀਏ ਤਾਂ ਹਰ ਇੱਕ ਮਨੁੱਖ ਚਿੰਤਾ ਵਿੱਚ ਹੈ। ਹਰ ਇੱਕ ਮਨੁੱਖ, ਜਿਹਦੇ ਕੋਲ ਨਹੀਂ ਹੈ ਉਹ ਵੀ ਚਿੰਤਾ ਵਿੱਚ ਹੈ, ਜਿਹਦੇ ਕੋਲ ਬਹੁਤੀ ਹੈ ਦੌਲਤ ਉਹ ਵੀ ਚਿੰਤਾ ਵਿੱਚ ਹੈ, ਉਹ ਵੀ ਚਿੰਤਾ। ਕਿਉਂਕਿ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬੋਲ ਨੇ, ਐਲਾਨੀਆਂ ਬੋਲ ਨੇ ਕਿ ਚਿੰਤਤ ਹੀ ਦੀਸੇ ਸਭ ਕੋਏ। ਸਾਰੇ ਚਿੰਤਾ ਵਿੱਚ ਨੇ, ਸਾਰੇ ਚਿੰਤਾ ਵਿੱਚ। ਤੇ ਇਹ ਚਿੰਤਾ ਕਿਸ ਤਰ੍ਹਾਂ ਮਿਟੇ? ਸਾਹਿਬ ਕਹਿੰਦੇ ਨੇ ਤਾਂ ਅਪਿਓ ਪੀਵੇ ਸ਼ਬਦ ਗੁਰੂ ਕੇਰਾ, ਸਭ ਕਾੜਾ ਅੰਦੇਸ਼ਾ ਭਰਮ ਚੁਕਾਵੇ। ਇਹ ਜੋ ਗੁਰੂ ਦਾ ਸ਼ਬਦ ਹੈ ਇਹ ਅੰਮ੍ਰਿਤ ਹੈ। ਕਿਸੇ ਨੇ ਮੈਨੂੰ ਸਵਾਲ ਕੀਤਾ ਤੇ ਗਿਆਨੀ ਜੀ ਇਹ ਦੋ ਅੰਮ੍ਰਿਤ ਕਿਸ ਤਰ੍ਹਾਂ ਹੋ ਸਕਦੇ ਨੇ? ਇੱਕ ਸ਼ਬਦ ਵੀ ਅੰਮ੍ਰਿਤ ਹੈ ਔਰ ਇੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜੋ ਤਿਆਰ ਕੀਤਾ ਉਹ ਵੀ ਅੰਮ੍ਰਿਤ ਹੈ। ਪਰ ਆਪ ਜੀ ਦੀ ਜਾਣਕਾਰੀ ਵਾਸਤੇ ਮੈਂ ਅਰਜ਼ ਕਰਾਂ, ਜੋ ਸ਼ਬਦ ਹੈ ਉਹ ਅੰਮ੍ਰਿਤ ਹੈ, ਜੋ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤਿਆਰ ਕੀਤਾ ਉਸ ਨੂੰ ਕਹਿੰਦੇ ਨੇ ਖੰਡੇ ਬਾਟੇ ਦੀ ਪਾਹੁਲ। ਖੰਡੇ ਬਾਟੇ ਦੀ ਪਾਹੁਲ ਵੀ ਕਹਿੰਦੇ ਨੇ, ਅੰਮ੍ਰਿਤ ਵੀ ਕਹਿ ਦਿੰਦੇ ਨੇ। ਪਰ ਸ਼ਬਦ ਨੂੰ ਅੰਮ੍ਰਿਤ ਆਖਿਆ। ਸਾਹਿਬ ਕਹਿੰਦੇ ਨੇ ਤਾਂ ਆਪਿਓ ਪੀਵੇ ਸ਼ਬਦ ਗੁਰ ਕੇਰਾ, ਸਭ ਕਾੜਾ ਅੰਦੇਸ਼ਾ ਭਰਮ ਚੁਕਾਵੇ। ਭਟਕਣਾ, ਚਿੰਤਾ, ਫਿਕਰ, ਝੋਰੇ ਸਭ ਕੁਝ ਖਤਮ ਹੋ ਗਏ ਤੇ ਇਤਨੀ ਉੱਚੀ ਅਵਸਥਾ ਦੇ ਮਾਲਿਕ ਬਣ ਗਏ। ਸਾਹਿਬ ਕਹਿੰਦੇ ਨੇ ਸਦਾ ਆਨੰਦ ਰਹੇ ਦਿਨ ਰਾਤੀ, ਜਨ ਨਾਨਕ ਅਨ ਦਿਨ ਹਰ ਗੁਣ ਗਾਵੇ। ਹਰੀ ਦੇ ਗੀਤ ਗਾਉਂਦੀਆਂ ਗਾਉਂਦੀਆਂ ਕਹਿੰਦੇ ਨੇ ਦਿਨ ਔਰ ਰਾਤ ਖਿੜਾਓ ਵਿੱਚ ਰਹਿੰਦਾ ਹੈ। ਹੁਣ ਸਾਹਿਬ ਕਹਿੰਦੇ ਨੇ ਜੇ ਕਿਸੇ ਵੀ ਮਨੁੱਖ ਨੂੰ ਆਪ ਜੀ ਦੇਖੋਗੇ ਕਿ ਚਿਹਰੇ ਤੇ ਖੁਸ਼ੀ ਹੈ, ਦੂਜੇ ਦਿਨ ਉਹੀ ਮਨੁੱਖ ਗਮਗੀਨ ਹੋਵੇਗਾ। 24 ਘੰਟੇ ਖਿੜਾਓ ਵਿੱਚ ਨਹੀਂ ਰਹਿ ਸਕਦੇ। ਫਿਰ 24 ਘੰਟੇ ਖਿੜਾਓ ਵਿੱਚ ਕੌਣ ਰਹਿ ਸਕਦਾ ਹੈ? ਸਾਹਿਬ ਕਹਿੰਦੇ ਨੇ ਜਿਹਦੇ ਕੋਲ ਸਿਮਰਨ ਹੈ, ਜਿਹਦੇ ਕੋਲ ਸਾਧਨਾ ਹੈ,
ਜਨ ਨਾਨਕ ਅਨ ਦਿਨ ਹਰ ਗੁਣ ਗਾਵੇ। ਜੋ ਹਰੀ ਦੇ ਗੀਤ ਗਾਉਂਦਾ ਹੈ, ਕਹਿੰਦੇ ਨੇ ਉਹਦੇ ਜੀਵਨ ਵਿੱਚ ਫਿਰ ਆਨੰਦ ਹੈ, ਉਹਦੇ ਜੀਵਨ ਵਿੱਚ ਸਕੂਨ ਹੈ। ਤੋ ਇਸ ਤਰ੍ਹਾਂ ਪਾਤਸ਼ਾਹ ਜੀ ਦੱਸਣਾ ਕਰਦੇ ਹਨ ਜੀ। ਮਹਿਲਾ ਚੌਥਾ। ਗੁਰ ਸਤ ਗੁਰ ਕਾ ਜੋ ਸਿੱਖ ਅਖਾਏ, ਸੋ ਭਲ ਕੇ ਉਠ ਹਰ ਨਾਮ ਧਿਆਵੈ। ਉਦਮ ਕਰੇ ਭਲ ਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੈ। ਤੇ ਇਸ ਪਾਵਨ ਸ਼ਬਦ ਵਿੱਚ ਧੰਨ ਗੁਰੂ ਰਾਮਦਾਸ ਸਾਹਿਬ ਜੀ ਨੇ ਮਨੁੱਖ ਨੂੰ ਜੀਵਨ ਜੀਣ ਦੀ ਜੁਗਤੀ ਦੱਸੀ ਹੈ। ਜੀਵਨ ਕਿਸ ਤਰ੍ਹਾਂ ਜੀਵਣਾ ਹੈ, ਕਿਉਂਕਿ ਕਈ ਵਾਰ ਮਨੁੱਖ ਕਹਿ ਦਿੰਦਾ ਹੈ ਕਿ ਮੇਰੀ ਯਾਤਰਾ ਠੀਕ ਵੀ ਚੱਲ ਰਹੀ ਹੈ ਜਾਂ ਨਹੀਂ ਚੱਲ ਰਹੀ। ਕਦੀ ਕਦੀ ਪੁੱਛ ਲੈਂਦਾ ਹੈ ਕਿ ਜਿਹੜਾ ਅਧਿਆਤਮਿਕ ਸਫ਼ਰ ਹੈ ਉਹ ਠੀਕ ਚੱਲ ਰਿਹਾ ਹੈ ਜਾਂ ਗਲਤ ਚੱਲ ਰਿਹਾ ਹੈ। ਮਨੁੱਖ ਹੁਣ ਕਿਸ ਨੂੰ ਜਾ ਕੇ ਪੁੱਛੇ। ਇੱਕ ਵਾਰ ਧੰਨ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਵਿੱਚ ਭਾਈ ਗੁਰਦਾਸ ਜੀ ਨੇ ਬੇਨਤੀ ਕੀਤੀ। ਇਹ ਭਾਈ ਗੁਰਦਾਸ ਜੋ ਹੈ ਇਹ ਧੰਨ ਗੁਰੂ ਅਮਰਦਾਸ ਸਾਹਿਬ ਜੀ ਦਾ ਭਤੀਜਾ ਹੈ ਤੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਰਿਸ਼ਤੇ ਵਿੱਚ ਸਾਲਾ ਵੀ ਲੱਗਦਾ ਹੈ ਤੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਆਪ ਜੀ ਮਾਮਾ ਜੀ ਲੱਗਦੇ ਨੇ। ਤੇ ਇਹ ਤਿੰਨ ਭਾਈ ਗੁਰਦਾਸ ਹੋਏ ਨੇ। ਆਪ ਜੀ ਦੀ ਜਾਣਕਾਰੀ ਵਾਸਤੇ ਮੈਂ ਅੱਜ ਕਰਾਂ। ਇੱਕ ਭਾਈ ਗੁਰਦਾਸ ਧੰਨ ਗੁਰੂ ਅਮਰਦਾਸ ਸਾਹਿਬ ਜੀ ਵੇਲੇ, ਔਰ ਇੱਕ ਭਾਈ ਗੁਰਦਾਸ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਵੇਲੇ, ਜੋ ਆਪ ਜੀ ਉਹਨਾਂ ਦੀ ਰਚਨਾ ਪੜ੍ਹਦੇ ਹੋ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲ। ਇਹ ਉਸ ਭਾਈ ਗੁਰਦਾਸ ਦੀ ਵਾਰ ਹੈ। ਤੀਜੇ ਫਿਰ ਭਾਈ ਗੁਰਦਾਸ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਬਾਅਦ ਵਿੱਚ ਹੋਏ ਨੇ। ਇਹਨਾਂ ਤਿੰਨਾਂ ਦੀ ਰਚਨਾ ਸੰਗ੍ਰਿਤ ਹੈ ਭਾਈ ਗੁਰਦਾਸ ਦੀ ਵਾਰ ਦੇ ਵਿੱਚ। ਤੋ ਸਵਾਲ ਇਹ ਕੀਤਾ ਜੀਵਨ ਦੀ ਜੁਗਤ ਕਿਸ ਤਰ੍ਹਾਂ ਦੀ ਹੋਵੇ। ਤੋ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਕਹਿੰਦੇ ਨੇ ਜੀਵਨ ਦੀ ਜੁਗਤ ਜੇ ਸਮਝਣੀ ਹੈ, ਗੁਰ ਸਤਿਗੁਰੂ ਕਾ ਜੋ ਸਿੱਖ ਅਖਾਵੇ। ਜਿਹੜਾ ਕਹਿੰਦਾ ਹੈ ਕਿ ਮੈਂ ਸਿੱਖ ਅਖਵਾਉਣਾ ਚਾਹੁੰਦਾ ਗੁਰੂ ਸਾਹਿਬ ਦਾ, ਅਸੀਂ ਸਾਰੇ ਹੀ ਕਹਿੰਦੇ ਨੇ ਮੈਂ ਸਿੱਖ ਹਾਂ, ਮੈਂ ਸਿੱਖ। ਗੁਸਤਾਖੀ ਮਾਫ। ਇੱਕ ਗੱਲ ਮੈਨੂੰ ਕਹਿਣ ਦੇਣਾ। ਇੱਕ ਦਾਰਸ਼ਨਿਕ ਆਪਣੇ ਸਮੇਂ ਦਾ ਇੱਕ ਯੁੱਗ ਪੁਰਸ਼, ਉਸਨੇ ਇੱਕ ਗੱਲ ਆਖੀ ਕਿ ਗੁਰੂ ਹੋ ਤੋ ਨਾਨਕ ਜੈਸਾ, ਜੇ ਸਿੱਖ ਹੋ ਤੋ ਭਾਈ ਲਹਿਣੇ ਜੈਸਾ। ਭਾਈ ਲਹਿਣੇ ਜੈਸਾ। ਫਿਰ ਅਗਾਂਹ ਦੇ ਉਸ ਤੇ ਬੋਲ ਸੁਣਨਾ ਤੇ ਸਮਝਣਾ ਬਰੀਕ ਬੱਧੀ ਨਾਲ। ਕਹਿਣ ਲੱਗੇ ਮੈਂ ਉਹਨਾਂ ਦੀ ਗੱਲ ਨਹੀਂ ਕਰਦਾ ਪਿਆ ਜੋ ਕੇਵਲ ਤੇ ਕੇਵਲ ਪਗੜੀਧਾਰੀ ਨੇ ਤੇ ਕੇਸਾਧਾਰੀ ਨੇ। ਮੈਂ ਉਹਨਾਂ ਦੀ ਗੱਲ ਨਹੀਂ ਕਰਦਾ ਪਿਆ, ਮੈਂ ਸਿੱਖ ਦੀ ਗੱਲ ਕਰਦਾ ਪਿਆ। ਪਰ ਹੁਣ ਸਿੱਖ ਕੌਣ ਹੈ? ਬਸ ਉਸੇ ਸਿੱਖ ਦੀ ਜੋ ਜੀਵਨ ਜੁਗਤੀ ਹੈ ਉਹ ਦੱਸੀ ਹੈ ਕਿ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲ ਕੇ ਉਠ ਹਰ ਨਾਮ ਧਿਆਏ। ਅੰਮ੍ਰਿਤ ਵੇਲੇ ਉੱਠਣਾ, ਨਾਮ ਜਪਣਾ। ਕਿਉਂਕਿ ਰਾਤ ਦੇ ਜਿਹੜੇ 4 ਪਹਿਰ ਨੇ, ਵਿਦਵਾਨਾਂ ਦਾ ਕਹਿਣਾ ਹੈ ਪਹਿਲਾ ਪਹਿਰਾ ਚੱਲ ਰਿਹਾ ਹੈ, ਪਹਿਲੇ ਪਹਿਰੇ ਹਰ ਕੋਈ ਜਾਗੇ, ਦੂਜੇ ਪਹਿਰੇ ਭੋਗੀ, ਤੀਜੇ ਪਹਿਰੇ ਤਸਕਰ ਜਾਗੇ, ਚੌਥੇ ਪਹਿਰੇ ਜੋਗੀ। ਰਾਤ ਦਾ ਚੌਥਾ ਪਹਿਰ ਹੈ ਜਿਸ ਨੂੰ ਅਸੀਂ ਅੰਮ੍ਰਿਤ ਵੇਲਾ ਕਹਿੰਦੇ ਹਾਂ। ਕਹਿੰਦੇ ਨੇ ਨਾਮ ਜਪਣ ਵਾਲੇ ਉੱਠ ਬੈਠਦੇ ਨੇ, ਇਸ਼ਨਾਨ ਕਰਕੇ ਸਿਮਰਨ ਸਾਧਨਾ ਕਰਦੇ। ਕਈ ਵਾਰੀ ਇੱਥੇ ਇੱਕ ਸਵਾਲ ਖੜਾ ਹੁੰਦਾ ਹੈ, ਗਿਆਨੀ ਜੀ ਜੇ ਇਸ਼ਨਾਨ ਨਾ ਕਰ ਸਕੀਏ ਤਾਂ ਫਿਰ ਸਿਮਰਨ ਵੀ ਨਾ ਕਰੀਏ। ਨਹੀਂ, ਐਸਾ ਨਹੀਂ ਹੈ। ਇਸ਼ਨਾਨ ਨਹੀਂ ਕਰ ਸਕਦੇ ਨਾ ਸਹੀ, ਤਬੀਅਤ ਨਹੀਂ ਮੰਨਦੀ ਹੈ ਤੇ ਹੱਥ ਤੇ ਮੂੰਹ ਧੋ ਕੇ ਬੈਠ ਜਾਓ ਆਪ ਜੀ ਸਿਮਰਨ ਸਾਧਨਾ ਦੇ ਵਿੱਚ। ਤੋ ਸਾਹਿਬ ਕਹਿੰਦੇ ਨੇ ਉਦਮ ਕਰੇ ਭਲ ਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੇ। ਇਹ ਅੰਮ੍ਰਿਤਸਰ ਸ਼ਬਦ ਇਕੱਠਾ ਨਹੀਂ ਹੈ। ਅੰਮ੍ਰਿਤ ਵੱਖਰਾ ਹੈ, ਸਰ ਵੱਖਰਾ ਹੈ। ਹਿਰਦੇ ਨੂੰ ਸਿਆਰੀ ਲੱਗੀ ਹੋਈ ਹੈ। ਇਸ ਦਾ ਭਾਵ ਹੈ ਕਿ ਅੰਮ੍ਰਿਤ ਵੇਲੇ ਉੱਠ ਕੇ, ਇਸ਼ਨਾਨ ਕਰਕੇ ਨਾਮ ਜਪਣਾ, ਫਿਰ ਸੰਗਤ ਵਿੱਚ ਆ ਕੇ ਬੈਠਣਾ ਹੈ।
ਅੰਮ੍ਰਿਤ ਸੰਗਤ ਨੂੰ ਕਿਹਾ ਹੈ ਇਹ ਅੰਮ੍ਰਿਤ ਦਾ ਸਰੋਵਰ ਹੈ। ਔਰ ਇਸੇ ਵੱਲ ਇਸ਼ਾਰਾ ਕਰਕੇ ਗੁਰੂ ਸਾਹਿਬ ਨੇ ਕਿਹਾ ਡਿੱਠੇ ਸਭੇ ਥਾਉ ਨਹੀਂ ਤੁਧ ਜਿਆ। ਇਹ ਸੰਗਤ ਵੱਲ ਇਸ਼ਾਰਾ ਕੀਤਾ ਹੈ, ਨਾ ਕਿ ਹਰਿਮੰਦਰ ਸਾਹਿਬ ਵੱਲ ਗੁਸਤਾਖੀ ਮਾਫ ਫਰਜ਼ ਨੂੰ ਸਮਝਣਾ। ਸੰਗਤ ਵੱਲ ਇਸ਼ਾਰਾ ਕਰਕੇ ਗੁਰੂ ਸਾਹਿਬ ਜੀ ਨੇ ਕਿਹਾ ਮੈਂ ਸਾਰੀਆਂ ਥਾਵਾਂ ਵੇਖ ਲਿਆ, ਪਰ ਜਿਤਨੀ ਖੂਬਸੂਰਤ ਸਤ ਸੰਗਤ ਵਿੱਚ ਹੈ, ਕਿਉਂਕਿ ਸਾਧ ਸੰਗਤ ਅਸਥਾਨ ਜਗਮਗ ਨੂਰ ਹੈ। ਫਿਰ ਸੰਗਤ ਵਿੱਚ ਬੈਠ ਕੇ ਸਾਹਿਬ ਜੀ ਕਹਿੰਦੇ ਨੇ ਇਹਦੇ ਵਿੱਚ ਨਾਮ ਬਾਣੀ ਦਾ ਇਸ਼ਨਾਨ ਕਰਨਾ। ਇਸ ਤਰ੍ਹਾਂ ਸਾਹਿਬ ਜੀ ਦੱਸਣਾ ਕਰਦੇ ਹਨ ਜੀ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲ ਵਿਖ ਪਾਪ ਦੁਖ ਲੈ ਜਾਵੈ। ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ। ਤੇ ਸਾਹਿਬ ਕਹਿੰਦੇ ਨੇ ਕਿ ਅੰਮ੍ਰਿਤ ਸਰੋਵਰ ਵਿੱਚ ਆ ਕੇ ਡੁਬਕੀ ਲਗਾਣੀ ਹੈ, ਸੰਗਤ ਵਿੱਚ ਬੈਠਣਾ ਹੈ। ਫਿਰ ਕੇਵਲ ਤੇ ਕੇਵਲ ਬੈਠਣਾ ਹੀ ਨਹੀਂ ਹੈ, ਇਹ ਵੀ ਮੈਂ ਆਪ ਜੀ ਨੂੰ ਅਰਜ਼ ਕਰਾਂ, ਕੇਵਲ ਤੇ ਕੇਵਲ ਬੈਠਣਾ ਹੀ ਨਹੀਂ ਹੈ। ਮੈਨੂੰ ਕੋਈ ਪੁੱਛਦਾ ਗਿਆਨੀ ਜੀ ਤੁਸੀਂ ਕਿੱਥੇ ਜਾ ਰਹੇ ਹੋ? ਮੈਂ ਕਿਹਾ ਗੁਰਦੁਆਰੇ। ਕਹਿਣ ਲੱਗੇ ਮੈਂ ਵੀ ਚੱਲਾਂ। ਮੈਂ ਕਿਹਾ ਜ਼ਰੂਰ ਚੱਲੋ। ਕਹਿੰਦਾ ਲੰਗਰ ਆਉਂਦਾ ਹੈ ਉੱਥੇ? ਮੈਂ ਕਿਹਾ ਡੇਲੀ ਆਉਂਦਾ ਹੈ। ਪਹਿਲੀ ਧਾਰਨਾ ਲੰਗਰ ਦੀ ਹੈ, ਪਹਿਲੀ ਧਾਰਨਾ। ਮੈਂ ਅਰਜ਼ ਕਰਨਾ ਮੁਬਾਰਕ ਹੈ, ਗੁਰੂ ਦਾ ਲੰਗਰ ਵੀ ਛਕੋ, ਪਰ ਸ਼ਬਦ ਦਾ ਲੰਗਰ ਜਿਹੜਾ ਉਹ ਵੀ ਛਕਣਾ ਲਾਜ਼ਮੀ ਹੈ, ਉਹ ਵੀ ਛਕਣਾ ਲਾਜ਼ਮੀ ਹੈ। ਤੋ ਸਾਹਿਬ ਕਹਿੰਦੇ ਨੇ ਉਪਦੇਸ਼ ਗੁਰੂ ਹਰ ਹਰ ਜਪ ਜਾਪੇ, ਸਭ ਕਿਲ ਵਿਖ ਪਾਪ ਦੋਖ ਲੈ ਜਾਵੇ। ਜਦੋਂ ਗੁਰੂ ਦਾ ਉਪਦੇਸ਼ ਸੁਣ ਲਵੇਂਗਾ, ਗੁਰੂ ਸਾਹਿਬ ਜੀ ਕੀ ਕਹਿ ਰਹੇ ਨੇ। ਹੁਣ ਧੰਨ ਗੁਰੂ ਰਾਮਦਾਸ ਸਾਹਿਬ ਜੀ ਦਾ ਆਪ ਜੀ ਪ੍ਰਕਾਸ਼ ਦਿਹਾੜਾ ਮਨਾ ਰਹੇ ਹੋ, ਇਹ ਜੋ ਕੰਟੀਨਿਊ ਦੀਵਾਨ ਚੱਲ ਰਹੇ ਨੇ। ਕਿਤਨੇ ਹੀ ਸਾਲਾਂ ਤੋਂ ਗੁਰਪੁਰਬ ਮਨਾ ਰਹੇ ਹਾਂ, ਔਰ ਪਤਾ ਨਹੀਂ ਹੋਰ ਕਿਤਨੇ ਗੁਰਪੁਰਬ ਹੋਰ ਮਨਾਵਾਂਗੇ, ਹੋਰ ਮਨਾਵਾਂਗੇ। ਪਰ ਜੇ ਕਿਧਰੇ ਗੁਰੂ ਦਾ ਸੰਦੇਸ਼ ਤੇ ਉਪਦੇਸ਼ ਹੀ ਕਬੂਲ ਨਹੀਂ ਕੀਤਾ, ਤੇ ਫਿਰ ਗੁਸਤਾਖੀ ਮਾਫ ਕੁਛ ਨਹੀਂ ਹੋਣਾ ਫਿਰ, ਕਿਉਂਕਿ ਉਪਦੇਸ਼ ਹੀ ਨਹੀਂ ਕਬੂਲਿਆ। ਸਾਹਿਬ ਕਹਿੰਦੇ ਨੇ ਜਿਹੜਾ ਉਪਦੇਸ਼ ਕਬੂਲ ਲੈਂਦਾ ਹੈ ਉਹਦਾ ਫਿਰ ਮਨ ਨਿਰਮਲ ਹੋ ਜਾਂਦਾ ਹੈ, ਔਰ ਜਿਹਦਾ ਮਨ ਨਿਰਮਲ ਹੋ ਗਿਆ ਫਿਰ ਉਹਦੀ ਕੀਤੀ ਹੋਈ ਸੇਵਾ ਵੀ ਨਿਰਮਲ ਹੈ, ਉਹਦੇ ਵੱਲੋਂ ਕੀਤਾ ਹੋਇਆ ਸਿਮਰਨ ਵੀ ਨਿਰਮਲ ਹੈ। ਔਰ ਜੇ ਮਨ ਹੀ ਮੈਲਾ ਹੈ ਤੇ ਸਾਹਿਬ ਕਹਿੰਦੇ ਨੇ ਮਨ ਮੈਲੇ ਸਭ ਕੁਛ ਮੈਲਾ, ਫਿਰ ਉਹਦਾ ਦਾਨ ਵੀ ਮੈਲਾ, ਉਹਦੀ ਕੀਤੀ ਹੋਈ ਸੇਵਾ ਵੀ ਮੈਲੀ, ਫਿਰ ਕੀਤਾ ਹੋਇਆ ਸਿਮਰਨ ਵੀ ਮੈਲਾ। ਤੋ ਗੁਰੂ ਦਾ ਉਪਦੇਸ਼ ਮੰਨਣਾ ਹੈ। ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੇ। ਹੁਣ ਕਿਧਰੇ ਇਹ ਨਾ ਸਮਝਣਾ ਸਵੇਰੇ ਹਾਜ਼ਰੀ ਭਰ ਕੇ ਆ ਗਏ ਤੇ ਫਿਰ ਪੂਰੇ ਦਿਨ ਆਪਣੀ ਮਰਜ਼ੀ ਦੇ ਮੁਤਾਬਿਕ ਕੰਮ ਕਰੀਏ, ਫਿਰ ਸ਼ਾਮ ਨੂੰ ਫਿਰ ਚਲੇ ਜਾਵਾਂਗੇ। ਇੱਥੇ ਪੱਛਮ ਦੇ ਲੋਕਾਂ ਨੂੰ, ਵਿਦਵਾਨ ਨੂੰ ਕਹਿਣਾ ਪਿਆ। ਕੀ ਕਹਿਣਾ ਪਿਆ? ਧਿਆਨ ਦੇ ਨਾਲ ਸੁਣਨਾ ਕਿ ਜਿਤਨੇ ਤੀਰਥ ਪੂਰਬ ਵਿੱਚ ਹਨ, ਹਿੰਦੁਸਤਾਨ ਦੇ ਵਿੱਚ ਨੇ, ਜਿਤਨੇ ਗੁਰਦੁਆਰੇ, ਜਿਤਨੇ ਮੰਦਰ, ਜਿਤਨੀ ਮਸੀਤਾਂ, ਜਿਤਨੇ ਸਰੋਵਰ, ਜਿਤਨੀਆਂ ਨਦੀਆਂ ਪੂਰਬ ਵਿੱਚ ਹਨ, ਉਹ ਪੱਛਮ ਵਿੱਚ ਨਹੀਂ ਹਨ। ਔਰ ਜਿਤਨੇ ਪਾਪ ਪੂਰਬ ਵਿੱਚ ਆਉਂਦੇ ਨੇ ਉਤਨੇ ਪੱਛਮ ਵਿੱਚ ਨਹੀਂ ਆਉਂਦੇ। ਇਹ ਹਕੀਕਤ ਹੈ। ਕਾਰਨ ਕੀ ਹੈ? ਕਹਿੰਦੇ ਨੇ ਕੋਈ ਕਾਰਨ ਨਹੀਂ। ਪੂਰਬ ਦੇ ਲੋਕ ਕਹਿੰਦੇ ਨੇ ਪਾਪ ਕਰਕੇ ਗੰਗਾ ਵਿੱਚ ਇਸ਼ਨਾਨ ਕਰ ਲਵੋ, ਪਵਿੱਤਰ ਹੋ ਗਏ। ਦਿਨੇ ਪਾਪ ਕੀਤਾ, ਸ਼ਾਮ ਨੂੰ ਗੁਰਦੁਆਰੇ ਆ ਕੇ ਬੈਠ ਗਏ, ਕਹਿੰਦੇ ਨੇ ਬਸ ਸਾਰੇ ਪਾਪ ਮਿਟ ਗਏ। ਇਸ ਤਰ੍ਹਾਂ ਗੱਲ ਨਹੀਂ ਬਣੇਗੀ। ਸਾਹਿਬ ਕਹਿੰਦੇ ਨੇ ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੇ। ਆਪ ਜੀ ਦੇ ਸੁਰਤ ਮੰਡਲ ਵਿੱਚ ਵੀ ਨਾਮ ਹੋਵੇ, ਆਪ ਜੀ ਦੇ ਕਿਰਤ ਮੰਡਲ ਵਿੱਚ ਵੀ ਨਾਮ ਹੋਵੇ, ਆਪ ਜੀ ਦੇ ਸੋਚ ਮੰਡਲ ਵਿੱਚ ਵੀ ਨਾਮ ਹੋਵੇ। ਤੇ ਇਸ ਤਰ੍ਹਾਂ ਗੁਰੂ ਦੀ ਇਬਾਦਤ ਕਰਨੀ ਹੈ। ਸਾਹਿਬ ਜੀ ਸਮਝਾਉਣਾ ਕਰਦੇ ਹਨ ਜੀ। ਜੋ ਸਾਸ ਗਿਰਾਸ ਤੇ ਆਏ ਮੇਰਾ ਹਰ ਹਰ, ਸੋ ਗੁਰ ਸਿੱਖ ਗੁਰੂ ਮਨ ਭਾਵੈ। ਜਿਸਨੋਂ ਦਇਆਲ ਹੋਵੇ ਮੇਰਾ ਸੁਆਮੀ, ਤਿਸ ਗੁਰ ਸਿੱਖ ਗੁਰੂ ਉਪਦੇਸ਼ ਸੁਣਾਵੇ। ਸਾਹਿਬ ਜੀ ਕਹਿੰਦੇ ਨੇ
ਜੋ ਸਾਸ ਗਿਰਾਸ ਤੇ ਆਏ ਮੇਰਾ ਹਰ ਹਰ। ਕਹਿੰਦੇ ਨੇ ਰਸਨਾ ਦੇ ਨਾਲ ਉਹਦਾ ਨਾਮ ਚੱਲਦਾ ਰਹੇ, ਇਬਾਦਤ ਚੱਲਦੀ ਰਹੇ, ਉਪਦੇਸ਼ ਜੀਵਨ ਵਿੱਚ ਚੱਲਦਾ ਰਹੇ, ਸਮਝ ਲੈਣਾ ਉਹ ਗੁਰੂ ਨੂੰ ਭਾ ਗਿਆ ਹੈ। ਜੋ ਰਸਨਾ ਦੇ ਨਾਲ ਵਾਹਿਗੁਰੂ ਵਾਹਿਗੁਰੂ ਜਪਣਾ ਹੈ, ਮੈਂ ਇਹਦੇ ਬਾਬਤ ਥੋੜਾ ਜਿਹਾ ਸਮਝਾ ਦਿਆਂ। ਆਪ ਜੀ ਦੁਕਾਨ ਤੇ ਬੈਠੇ ਹੋ, ਰਸਨਾ ਜਪ ਰਹੀ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਦੁਕਾਨ ਤੇ ਬੈਠੇ ਹੋ, ਰਸਨਾ ਜਪ ਰਹੀ ਹੈ ਓਮ ਅੱਲਾਹੂ ਅਕਬਰ। ਔਰ ਜਦੋਂ ਵੀ ਕੋਈ ਗ੍ਰਾਹਕ ਆਉਂਦਾ ਹੈ, ਮਨ ਵਿੱਚ ਖਿਆਲ ਆਉਂਦਾ ਹੈ ਗ੍ਰਾਹਕ ਨੂੰ ਚੰਗੀ ਤਰ੍ਹਾਂ ਠੱਗ ਲਵੋ, ਜੇ ਠੱਗਣਾ ਹੈ ਤਾਂ ਕੱਲ ਦਾ ਪਤਾ ਨਹੀਂ ਆਵੇ ਕਿ ਨਾ ਆਵੇ। ਰਸਨਾ ਤੋਂ ਵਾਹਿਗੁਰੂ ਵਾਹਿਗੁਰੂ ਚੱਲ ਰਿਹਾ ਹੈ, ਵਾਹਿਗੁਰੂ ਵਾਹਿਗੁਰੂ ਚੱਲ ਰਿਹਾ। ਕਹਿੰਦੇ ਨੇ ਨਹੀਂ, ਇਹ ਸਿਮਰਨ ਨਹੀਂ ਹੈ ਜਿਸ ਮਨੁੱਖ ਦੇ ਕਿਰਤ ਮੰਡਲ ਵਿੱਚ ਵੀ ਸਿਮਰਨ ਹੈ। ਮੈਂ ਕੱਲ ਇੱਕ ਛੋਟੀ ਜਿਹੀ ਗੱਲ ਕਹਿ ਰਿਹਾ ਸੀ। ਇੱਕ ਪੁਲਿਸ ਆਫੀਸਰ ਕਹਿੰਦਾ ਕਿਸੇ ਨੂੰ ਕਿ ਕਿਧਰੇ ਮੈਂ ਤੈਨੂੰ ਪੁਲਿਸ ਵਿੱਚ ਭਰਤੀ ਕਰ ਦੇਵਾਂ, ਇੱਕ ਛੋਟਾ ਜਿਹਾ ਸਵਾਲ ਤੂੰ ਫਿਰ ਮੈਨੂੰ ਦੱਸ। ਕਹਿੰਦਾ ਦੱਸੋ। ਕਹਿੰਦਾ ਪੁਲਿਸ ਦੀ ਵਰਦੀ ਮੈਂ ਤੈਨੂੰ ਪਵਾ ਦੇਵਾਂ, ਫਿਰ ਮੈਂ ਤੈਨੂੰ ਕਹਾਂ ਕਿ ਠੇਲੀ ਤੇ ਜਾ 50 ਰੁਪਏ ਕਿਲੋ ਸੇਬ ਨੇ, 100 ਗ੍ਰਾਮ ਸੇਬ ਲੈ ਕੇ ਆ, ਕਿੰਨੇ ਦੇ ਲੈ ਕੇ ਆਏਗਾ? ਤੇ ਉਹ ਕਹਿੰਦਾ ਜੇ ਪੁਲਿਸ ਦੀ ਵਰਦੀ ਪਾ ਕੇ ਵੀ 100 ਗ੍ਰਾਮ ਦੇ ਮੈਂ ਪੈਸੇ ਦਿੱਤੇ ਤੇ ਫਿਰ ਫਾਇਦਾ ਹੀ ਕੀ ਪੁਲਿਸ ਦੀ ਵਰਦੀ ਪਾਉਣ ਦਾ? ਫਿਰ ਫਾਇਦਾ ਹੀ ਕੀ? ਇੱਥੇ ਕਹਿਣ ਤੋਂ ਮੁਰਾਦ ਇਹ ਹੈ ਕਿ ਕਦੇ ਵੀ ਆਪਣੀ ਪਦਵੀ ਦਾ, ਆਪਣੇ ਰੁਤਬੇ ਦਾ ਜੋ ਹੈ ਇਸ ਤਰ੍ਹਾਂ ਫਾਇਦਾ ਨਹੀਂ ਉਠਾਉਣਾ। ਕਿਉਂਕਿ ਕੱਲ ਮੈਂ ਕੁਰਾਨ ਮਜੀਦ ਦੀ ਇੱਕ ਪੰਕਤੀ ਪੜ੍ਹ ਰਿਹਾ ਸੀ, ਉਹਦੇ ਵਿੱਚ ਇੱਕ ਛੋਟਾ ਜਿਹਾ ਸ਼ਬਦ ਆਇਆ ਸੀ, ਛੋਟਾ ਜਿਹਾ ਸ਼ਬਦ। ਉਹ ਸ਼ਬਦ ਹੈ ਮਕਾਲਾਫਾਤ ਬਅਮਲ। ਤੇ ਮੈਂ ਉਸ ਨੂੰ ਪੜ੍ਹ ਕੇ ਯਕੀਨ ਮੰਨਣਾ ਮੈਂ ਰੋ ਪਿਆ। ਅਰਬੀ ਅਲਫਾਜ਼, ਮੈਂ ਕਿਹਾ ਦੇਖਾਂ ਇਹ ਕੀ ਹੈ। ਉਹਦੇ ਵਿੱਚ ਲਿਖਿਆ ਤੁਸੀਂ ਕਿਸੇ ਤੋਂ ਪੈਸੇ ਖੋਹ ਕੇ ਲਿਆਏ ਹੋ, ਇਸੇ ਜ਼ਮੀਨ ਤੇ ਇਸੇ ਜੋਨੀ ਵਿੱਚ ਤੁਹਾਡੇ ਤੋਂ ਪੈਸੇ ਖੋਏ ਜਾਣਗੇ। ਤੁਸੀਂ ਕਿਸੇ ਦੀ ਦਸਤਾਰ ਖੋਹ ਕੇ ਲਿਆਇਓ, ਤੁਹਾਡੀ ਦਸਤਾਰ ਖੋਈ ਜਾਏਗੀ ਕਿਸੇ ਨਾ ਕਿਸੇ ਰੂਪ ਵਿੱਚ। ਤੁਸੀਂ ਕਿਸੇ ਦਾ ਕਤਲ ਕਰਕੇ ਆਇਓ, ਇਸ ਰੂਹੇ ਜ਼ਮੀਨ ਤੇ ਤੁਹਾਡੇ ਸਾਹਮਣੇ ਦੇਖਦਿਆਂ ਦੇਖਦਿਆਂ, ਗੁਸਤਾਖੀ ਮਾਫ ਮੈਨੂੰ ਕਹਿਣ ਦੇਣਾ, ਤੁਹਾਡੇ ਸਾਹਮਣੇ ਕਹਿੰਦਾ ਦੇਖਦਿਆਂ ਦੇਖਦਿਆਂ ਜਾਂ ਤਾਂ ਤੁਹਾਡੀ ਜਵਾਨ ਪਤਨੀ ਚਲੀ ਜਾਏਗੀ, ਜਵਾਨ ਪੁੱਤਰ ਚਲਾ ਜਾਏਗਾ, ਜਵਾਨ ਬੇਟੀ ਚਲੀ ਜਾਏਗੀ, ਜਵਾਨ ਪਤੀ ਚਲਾ ਜਾਏਗਾ। ਇਹ ਕੁਰਾਨ ਮਜੀਦ ਦੇ ਵਿੱਚ ਕਹਿੰਦੇ ਨੇ ਬਾਕੀ ਦਾ ਫੈਸਲਾ ਤਾਂ ਬਾਅਦ ਵਿੱਚ ਹੋਣਾ ਹੀ ਹੋਣਾ ਹੈ, ਪਰ ਐਸੇ ਧਰਤੀ ਤੇ ਵੀ ਉਹ ਫੈਸਲਾ ਹੋਵੇਗਾ। ਇਸ ਕਰਕੇ ਸਾਹਿਬ ਕਹਿੰਦੇ ਨੇ ਜਿਸ ਨਹੁੰ ਦਇਆਲ ਹੋਵੇ ਮੇਰਾ ਸੁਆਮੀ, ਤਿਸ ਗੁਰ ਸਿੱਖ ਗੁਰ ਉਪਦੇਸ਼ ਸੁਣਾਵੇ। ਤੇ ਗੁਰੂ ਦਾ ਉਪਦੇਸ਼ ਕਬੂਲ ਕਰ ਲਿਆ ਤੇ ਫਿਰ ਉਹਦੀ ਬਹੁਤ ਵੱਡੀ ਇੱਕ ਡਿਊਟੀ ਹੋਰ ਵੀ ਲੱਗ ਜਾਂਦੀ ਹੈ ਕਿ ਇਹ ਉਪਦੇਸ਼ ਤੋਂ ਕਿਸੇ ਹੋਰ ਨੂੰ ਵੀ ਸੁਣਾ, ਫਿਰ ਆਪ ਵੀ ਇਸ 'ਤੇ ਪਹਿਰਾ ਦੇਣਾ ਔਰ ਹੋਰਨਾਂ ਨੂੰ ਵੀ ਇਹ ਸੰਦੇਸ਼ ਸੁਣਾਉਣਾ ਹੈ। ਐਸਾ ਗੁਰੂ ਪਾਤਸ਼ਾਹ ਜੀ ਦੱਸਣਾ ਕਰਦੇ ਹਨ ਜੀ।